नमस्कार, वेलकम टू बालाजी एजुकेशन पॉइंट। मैं आप सब ਦਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਸਵਾਗਤ ਕਰਦਾ। ਬੇਸਿਕਲੀ ਗਾਇਸ, ਅੱਜ ਦਾ ਜਿਹੜਾ ਵੀਡੀਓ ਰਹੂਗਾ ਉਹ ਵੀਡੀਓ ਰਹੂਗਾ MCQ ਔਨ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸਭਿਅਤਾ ਦੇ ਸਭ ਤੋਂ ਮਹੱਤਵਪੂਰਨ 20 MCQ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅੱਜ ਦੀ ਕਲਾਸ 'ਚ। ਕੋਈ ਵੀ ਪੰਜਾਬ ਦਾ ਐਗਜ਼ਾਮ ਹੈ ਜਿਹਦੇ ਵਿੱਚ ਐਂਸ਼ੀਅੰਟ ਹਿਸਟਰੀ ਪੁਰਾਤਨ ਇਤਿਹਾਸ ਹੁੰਦਾ ਹੈ, ਉਹਦੇ ਵਿੱਚ ਇਹ ਕੁਐਸਚਨ ਪੱਕਾ ਆਉਂਦੇ ਨੇ। ਮੇਰਾ ਫੋਕਸ ਕੀ ਹੈ, PS ਟੈਟ ਪੇਪਰ 2 SST ਕੰਬੀਨੇਸ਼ਨ ਵਾਲੇ ਜਿੰਨੇ ਵੀ ਬੱਚੇ ਨੇ ਉਹਨਾਂ ਦੇ ਪਿਛਲੇ 2011 ਤੋਂ ਲੈ ਕੇ 2021 ਦੇ ਪੇਪਰ ਤੱਕ ਲਗਭਗ ਪਿਛਲੇ 10 ਸਾਲਾਂ ਦੇ ਪੇਪਰ ਦੇ ਵਿੱਚ ਜਿੰਨੇ ਵੀ ਕੁਐਸਚਨ ਇੰਡਸ ਵੈਲੀ ਸਿਵਲਾਈਜੇਸ਼ਨ ਸਿੰਧੂ ਘਾਟੀ ਦੀ ਸਭਿਅਤਾ ਤੇ ਆਏ ਨੇ ਜਾਂ ਫਿਰ ਉਹਦੇ ਨਾਲ ਮਿਲਦੇ ਜੁਲਦੇ ਹੋਏ ਕਿੰਨੇ ਫੈਕਟ ਨੇ, ਉਹ ਆਪਾਂ ਇਸ ਵੀਡੀਓ 'ਚ ਕੰਪਲੀਟ ਕਰਾਂਗੇ। ਅੱਜ ਦੀ ਬੱਚੋ ਜਿਹੜੀ ਵੀਡੀਓ ਹੈ ਇਹ ਹਿਸਟਰੀ ਦੀ ਸਾਡੀ 5ਵੀਂ ਕਲਾਸ ਹੈ। ਇਸ ਤੋਂ ਪਹਿਲਾਂ ਮੈਨੇ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਨੇ 2021 ਦਾ PS ਟੈਟ ਪੇਪਰ ਦੇ ਵਿੱਚ ਹਿਸਟਰੀ ਦੇ ਕੁਐਸਚਨ ਡਿਸਕਸ ਕੀਤੇ ਸੀ। ਦੂਸਰੀ ਵੀਡੀਓ ਦੇ ਵਿੱਚ ਮੈਨੇ ਜਿੰਨੇ ਵੀ ਮਹਾਤਮਾ ਗਾਂਧੀ ਜੀ ਦੇ ਉੱਤੇ MCQ ਆਏ ਨੇ, ਗਾਂਧੀ ਜੀ ਦਾ ਜਿੰਨਾ ਵੀ ਫਰੀडम फाइट ਦੇ ਵਿੱਚ ਯੋਗਦਾਨ ਹੈ ਉਹ ਡਿਸਕਸ ਕੀਤਾ ਸੀ। ਤੀਜੀ ਤੇ ਚੌਥੀ ਵੀਡੀਓ ਦੇ ਵਿੱਚ ਬੱਚੋ मैंने डिस्कस किया सी PS ਟੈਟ 2020 का पेपर ते अज दी साडी हिस्ट्री दी 5वीं क्लास है। बहुत सारी चीज़ां बच्चों मैं तुहानू एक्स्ट्रा दसूंगा, कॉपी पेन लैके बैठा करो, वीडियो की फीडबैक जरूर दिया करो। जे तुसी साडे चैनल ते नवे हो, काम पसंद है तो चैनल नू सबसक्राइब करके घंटी दबा दो। दूसरी गल, वीडियो की डिस्क्रिप्शन च एक WhatsApp लिंक है, ਉਹਦੇ ਵਿੱਚ ਤੁਹਾਨੂੰ ਇਹਦਾ PDF फ्री ऑफ कॉस्ट मिलूगा। इस PDF ਦੇ ਵਿੱਚ लगभग 65 क्वेश्चन बनाए ने मैंने सिर्फ और सिर्फ MCQ ਦੇ ਉੱਤੇ, ਇੰਡਸ ਵੈਲੀ ਸਿਵਲਾਈਜੇਸ਼ਨ ਦੇ MCQ ਦੇ ਉੱਤੇ। ਇਹ 65 क्वेश्चन ਵੈਸੇ ਮੈंने ਆਪਦੇ ਪੇਡ ਕੋਰਸ ਦੇ ਬੱਚਿਆਂ ਨੂੰ ਦਿੱਤੇ ਸੀ, ਬਟ ਮੈਂ ਹੁਣ ਤੁਹਾਨੂੰ ਇਹ ਫ੍ਰੀ 'ਚ ਦੇ ਦੂੰਗਾ, ਤੁਸੀਂ WhatsApp ਗਰੁੱਪ ਜੁਆਇਨ ਕਰ ਲਓ। ਉਹਨਾਂ 65 ਦੇ ਵਿੱਚੋਂ ਟੌਪ 20 क्वेश्चन ਜਿਨ੍ਹਾਂ ਨੂੰ ਸੁਣ ਕੇ ਐਕਸਟਰਾ ਗੱਲਾਂ ਲਿਖ ਕੇ ਤੁਹਾਡੇ ਬਚੇ ਹੋਏ ਬਾਕੀ 65 क्वेश्चन ਡਿਸਕਸ ਹੋ ਜਾਣਗੇ, ਉਹ ਆਪਾਂ ਅੱਜ ਕਰਾਂਗੇ। ਚਲੋ ਜੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਕੁਝ ਗੱਲਾਂ ਨੇ ਬੱਚੋ ਜਿਹੜੀਆਂ ਯਾਦ ਹੋਣੀਆਂ ਜ਼ਰੂਰੀਆਂ ਨੇ। ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਸਿੰਧੂ ਘਾਟੀ ਦੀ ਸਭਿਅਤਾ ਵੀ ਕਿਹਾ ਜਾਂਦਾ ਹੈ, ਇਹਦੇ ਕੁਝ ਅਲੱਗ-ਅਲੱਗ ਨਾਮ ਨੇ। ਨਾਮ ਕੀ ਨੇ? ਇਹਨੂੰ ਅਸੀਂ ਸਰਸਵਤੀ ਸਿੰਧੂ ਸਿਵਲਾਈਜੇਸ਼ਨ ਵੀ ਕਹਿੰਦੇ ਆ, ਸਰਸਵਤੀ ਸਿੰਧੂ ਸਿਵਲਾਈਜੇਸ਼ਨ, ਸਿੰਧੂ ਸਭਿਅਤਾ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਦੂਸਰੀ ਗੱਲ, ਅਸੀਂ ਸਰਸਵਤੀ ਸਿੰਧੂ ਸਿਵਲਾਈਜੇਸ਼ਨ ਕਿਉਂ ਕਹਿੰਦੇ ਆ? ਕਿਉਂਕਿ ਜਿਹੜੀ ਸਰਸਵਤੀ ਰਿਵਰ ਸੀ ਉਹ ਮੰਨਿਆ ਜਾਂਦਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਸਿੰਧੂ ਘਾਟੀ ਦੇ ਸਭਿਅਤਾ ਦੇ ਲੋਕਾਂ ਦੀ ਡਾਇਟੀ ਰਿਵਰ ਸੀ। ਡਾਇਟੀ ਰਿਵਰ ਦਾ ਮਤਲਬ ਕੀ ਹੁੰਦਾ ਹੈ? ਪਵਿੱਤਰ ਨਦੀ, ਧਾਰਮਿਕ ਨਦੀ, ਪੂਜਨੀय ਨਦੀ। ਜਿਵੇਂ ਅੱਜ ਦੇ ਟਾਈਮ ਦੇ ਵਿੱਚ ਹਿੰਦੂ ਧਰਮ ਦੇ ਲੋਕਾਂ ਵਾਸਤੇ ਗੰਗਾ ਨਦੀ ਇੱਕ ਪਵਿੱਤਰ ਨਦੀ ਹੈ, ਉਸੇ ਤਰੀਕੇ ਨਾਲ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕਾਂ ਵਾਸਤੇ ਸਰਸਵਤੀ ਨਦੀ ਇੱਕ ਪਵਿੱਤਰ ਨਦੀ ਸੀ। ਤੇ ਜਿਹੜੀ ਆਹ ਇੰਡਸ ਤੁਸੀਂ ਨਾਮ ਦੇਖਦੇ ਹੋ, ਇਹਦਾ ਹੀ ਪੁਰਾਣਾ ਨਾਮ ਸਿੰਧੂ ਹੈ। ਇੰਡਸ ਨਦੀ ਨੂੰ ਵੈਦਿਕ ਕਾਲ ਦੇ ਵਿੱਚ ਸਿੰਧੂ ਨਦੀ ਵੀ ਕਿਹਾ ਗਿਆ। ਹੁਣ ਅਗਲੀ ਚੀਜ਼, ਇੰਡਸ ਵੈਲੀ ਸਿਵਲਾਈਜੇਸ਼ਨ ਦਾ ਟਾਈਮ ਪੀਰੀਅਡ ਪੁੱਛਦੇ ਨੇ। ਟਾਈਮ ਪੀਰੀਅਡ ਇਹਦੇ ਦੋ ਨੇ। ਇੱਕ ਇਹਦਾ ਟਾਈਮ ਪੀਰੀਅਡ ਹੈ ਲਗਭਗ 2350 BC ਤੋਂ ਲੈ ਕੇ ਲਗਭਗ 1750 BC। ਇਹ ਪੁਰਾਣੀ NCERT ਦੇ ਵਿੱਚ ਟਾਈਮ ਪੀਰੀਅਡ ਸੀ। ਜਿਹੜਾ ਨਵਾਂ ਟਾਈਮ ਪੀਰੀਅਡ ਹੈ ਬੱਚੋ ਉਹ 2600 BC ਤੋਂ ਲੈ ਕੇ ਲਗਭਗ 1900 BC ਹੈ। ਹੁਣ ਤੁਹਾਨੂੰ ਇਹ ਦੋਨੋਂ ਟਾਈਮ ਪੀਰੀਅਡ ਯਾਦ ਰੱਖਣੇ ਪੈਣਗੇ। ਉੱਪਰ ਵਾਲਾ 올ਡ NCERT 'ਚ ਹੈ ਤੇ 2600 BC ਤੋਂ ਲੈ ਕੇ 1900 BC ਵਾਲਾ ਨਵੀਂ NCERT ਦੇ ਵਿੱਚ ਹੈ। ਕਲੀਅਰ ਹੈ? ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਬੱਚੋ ਜ਼ਿਆਦਾਤਰ ਕਿਹੜੀ ਧਾਤ ਇਸਤੇਮਾਲ ਹੁੰਦੀ ਸੀ? ਉਹ ਧਾਤ ਇਸਤੇਮਾਲ ਹੁੰਦੀ ਸੀ ਬ੍ਰੌਂਜ਼, ਯਾਨੀ ਕਿ ਕਾਂਸਾ। ਇਸ ਲਈ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕਾਂ ਨੂੰ ਅਸੀਂ ਕਾਂਸਾ ਯੁੱਗ ਕਿਹਾ ਜਾਂਦਾ ਹੈ ਜਾਂ ਫਿਰ ਕਿਹਾ ਜਾਂਦਾ ਹੈ ਬ੍ਰੌਂਜ਼ ਈਰਾ। ਕੁਐਸਚਨ ਬਹੁਤ ਇੰਪੋਰਟੈਂਟ ਹੈ। ਸਿੰਧੂ ਘਾਟੀ ਦੇ ਸਭਿਅਤਾ ਦੇ ਲੋਕਾਂ ਨੂੰ ਕਿਹੜੇ ਯੁੱਗ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ? ਤਾਂ ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਨੂੰ ਬ੍ਰੌਂਜ਼ ਯੁੱਗ ਯਾਨੀ ਕਿ ਕਾਂਸਾ ਯੁੱਗ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਸਿੰਧੂ ਘਾਟੀ ਦੀ ਸਭਿਅਤਾ ਜਿਹੜੀ ਇੰਡੀਆ ਦੀ ਪਹਿਲੀ ਸ਼ਹਿਰੀ ਸਭਿਅਤਾ ਸੀ, ਇੰਡੀਆ ਦੀ ਪਹਿਲੀ ਅਰਬਨ ਸਿਵਲਾਈਜੇਸ਼ਨ ਸੀ। ਤੁਹਾਡੇ ਪੇਪਰ 'ਚ ਕੁਐਸਚਨ ਪੁੱਛਿਆ ਗਿਆ ਹੈ ਕਿ ਭਾਰਤ ਦੀ ਪਹਿਲੀ ਅਰਬਨ ਸਿਵਲਾਈਜੇਸ਼ਨ ਸ਼ਹਿਰੀ ਸਭਿਅਤਾ ਦਾ ਟਾਈਮ ਪੀਰੀਅਡ ਕੀ ਹੈ? ਤਾਂ ਉਹਦੇ ਵਿੱਚ ਆਨਸਰ ਦਿੱਤਾ ਹੋਇਆ ਉਹਨਾਂ ਨੇ PS ਟੈਟ 'ਚ ਲਗਭਗ 2500 BC। ਯਾਨੀ ਕਿ ਜੇ ਤੁਸੀਂ ਇਹ ਟਾਈਮ ਪੀਰੀਅਡ ਦੇਖੋ 2500 BC ਤਾਂ ਉਹ ਇਹਨਾਂ ਟਾਈਮ ਪੀਰੀਅਡ ਦੇ ਨਾਲ ਮਿਲਦਾ ਜੁਲਦਾ ਹੈ। ਤਾਂ ਭਾਰਤ ਦੀ ਪਹਿਲੀ ਸ਼ਹਿਰੀ ਸਭਿਅਤਾ ਸੀ। ਇਹਨੂੰ ਸਰਸਵਤੀ ਸਿੰਧੂ ਸਿਵਲਾਈਜੇਸ਼ਨ ਵੀ ਕਹਿੰਦੇ ਨੇ, ਇਹਨੂੰ ਹੜੱਪਾ ਸਿਵਲਾਈਜੇਸ਼ਨ ਵੀ ਕਹਿੰਦੇ ਨੇ। ਕਿਉਂ ਹੜੱਪਾ ਸਿਵਲਾਈਜੇਸ਼ਨ ਕਹਿੰਦੇ ਨੇ?
क्योंकि सिंधु घाटी की सभ्यता दे विच सब तो पहला शहर जिहड़ा खुदाई के दौरान 1921 दे विच मिलिया सी, उस शहर का नाम सी हड़प्पा सिटी, जिहड़ा कि प्रेजेंट डे पाकिस्तान दे विच है। इसलिए असी इहनूं हड़प्पन सिविलाइजेशन के तौर पर भी जानते हैं। पहला क्वेश्चन टाइम पीरियड याद रखना है, 2350 BC तो 1750 BC ओल्ड टाइम पीरियड, 2600 BC तो 1900 BC न्यू टाइम पीरियड। नैक्सट यह केड़ा युग सी, यह ब्रॉन्ज कांसा युग सी। नैक्सट इनू सरस्वती सिंधु सिविलाइजेशन भी कहते हैं, तो जी सरस्वती रिवर है वह सिंधु घाटी के सभ्यता के लोगों की डाइटी पवित्र नदी के तौर पर मानी जाती है, जानी जाती है। नैक्सट क्वेश्चन, पहला शहर जिहड़ा सिंधु घाटी की सभ्यता च मिलिया उस शहर का नाम की सी हड़प्पा, इसलिए इनू हड़प्पन सिविलाइजेशन भी कहते हैं। यह 1921 च मिलिया सी। प्रेजेंट डे यह शहर पाकिस्तान दे विच है, रावी नदी के कंढे ते। किहड़ी नदी के कंढे ते? रावी नदी के कंढे ते। चैप्टर शुरू करने तो पहला ये कुछ बेसिक चीज़ां तुहानूं पता होनी जरूरी ने, तां मैं अगे इस्तेमाल इनू कर सकूंगा। पहला क्वेश्चन लैने हुण पहले क्वेश्चन च क्या है? सोशल सिस्टम। सोशल सिस्टम का मतलब है समाजिक आधार, समाजिक प्रणाली। उरे तुसीं पंजाबी च पढ़ सकते हो। सोशल सिस्टम का मतलब है समाजिक आधार या समाजिक प्रणाली। हड़प्पा की समाजिक प्रणाली कह जी सी। हुण जदों वो उरे हड़प्पा कह रहा है, ਇਹਦਾ मतलब कल्ला हड़प्पा शहर नहीं हैगा, ਇਹਦਾ मतलब वो पूरी सिंधु घाटी की सभ्यता की गल कर रहे हैं। हुणी मैं तुहानूं पिछे दस के आया प्यारे बच्चों कि सिंधु घाटी की सभ्यता नूं हड़प्पा सभ्यता का भी नाम दिता जाता है। क्यों? क्योंकि पहला शहर हड़प्पा सी। हुण समाजिक आधार का मतलब की हुंदा है कि उत्थे मर्दां दी ज़्यादा चलदी सी, उत्थे औरतां दी ज़्यादा चलदी सी। औरतां नूं किन्ने अधिकार सी, मर्दां नूं किन्ने अधिकार सी, समाज का मुखिया मर्द सी या औरत सी, परिवार का मुखिया मर्द सी या औरत सी, इहनूं समाजिक प्रणाली कहा जाता है। हुण पहली एक गल याद रखियो, बहुत इंपॉर्टेंट 3-4 गल्लां मैं तुहानूं दस्सण लग्या। हुण इंडस वैली सिविलाइजेशन दे विच हमेशा तो समाज की मुखिया ते परिवार की मुखिया औरत रही है, याद रखियो। इंडस वैली सिविलाइजेशन दे विच ज़्यादातर खुदाई दे विचों ही पता चलिया है कि इंडस वैली सिविलाइजेशन ज़्यादातर समाज की मुखिया, परिवार की मुखिया एक औरत सी। ते जिहड़े समाज दे विच औरत मुखिया हुंदी है उहनूं असी मैट्रीआरिकल सोसाइटी बोलते हैं। की बोलते हैं? मैट्रीआरिकल सोसाइटी, यानी कि महिला प्रधान समाज। मैट्रीआरिकल सोसाइटी यानी कि औरत प्रधान, महिला प्रधान समाज। तो पहली गल, इंडस वैली सिविलाइजेशन का जिहड़ा समाज सी वो मैट्रीआरिकल सोसाइटी सी, जिहदे विच मर्दां अते औरतां नूं समान अधिकार सी, समानतावादी अधिकार सी। ते समानतावादी अधिकारां नूं इंग्लिश दे विच असी फेयरली इगलिटरेशन बोलते हैं। फेयरली इगलिटरेशन का मतलब हुंदा है कि दोनों नूं बराबरी के अधिकार सी, पर समाज की मुखिया हमेशा औरत रही है। सानू किवें पता चलिया कि समाज की मुखिया हमेशा एक औरत सी? हुण जब तुसीं सिंधु घाटी की सभ्यता पढ़ते हो उहदे विच असीं एक टॉपिक पढ़ते हैं उन्हां दे रिलीजन बारे। सिंधु घाटी की सभ्यता के जिहड़े लोग सी उन्हां दा जिहड़ा मेन रब सी ओह मदर गॉडेस सी। मदर यानी कि माँ, गॉडेस का मतलब हुंदा है देवी। ठीक है, देवी यानी कि उन्हां दा जिहड़ा मेन रब सी वो किसी औरत रूपी रब दे विच पूजदे सी। औरत दे बॉडी पार्ट्स की जिहड़ी है पूजा हुंदी सी। इस तो सानू ये पता चलता है कि उत्थे जिहड़ी है महिला मुखी समाज नूं तरकिश दित्ती जाती सी। आई होप ये गल तुसीं समझ गए होवोगे। क्वेश्चन नंबर 1, महिला मुखी समाज सी, मैट्रीआरिकल सोसाइटी सी, मर्दां ते औरतां नूं समानतावादी अधिकार सी। ते नैक्सट क्वेश्चन, उन्हां दा जिहड़ा मेन गॉड सी वो मदर गॉडेस सी, औरत रूपी रब नूं वो पूजदे सी। इस तो इलावा पीपल दे ट्री नूं पूजदे सी, याद रखियो पीपल दे ट्री की भी पूजा हुंदी सी। एक होर उन्हां दा गॉड सी जिन्हों असी लॉर्ड पशुपति कहने, लॉर्ड पशुपति यानी कि लॉर्ड ऑफ एनीमल्स, जानवरां दा देवता, जानवरां दा मुखिया, लॉर्ड ऑफ एनीमल्स पशुपति। ते अज दे जिहड़े लॉर्ड शिव ने, भगवान शिव ने, उन्हां नूं भी लॉर्ड पशुपति का दर्जा दिता जाता है, याद रखियो। क्लीयर है बच्चों? तो यह ऑप्शन ए आ गया। हुण उरे देखो सी ऑप्शन है आह वर्ण बेस्ड। वर्ण बेस्ड का मतलब हुंदा है यह जिहा समाज जिहड़ा रंग के आधार पर, कलर के आधार पर वंडिया होवे, गोरे काले के आधार पर वंडिया होवे। जिहड़ा वैदिक समाज सी, सिंधु घाटी की सभ्यता तो बाद अगला चैप्टर असी वैदिक समाज पढ़ते हैं।
वेदां दी सभ्यता पढ़दे आ ਜਿਹੜਾ ਵੈਦਿਕ ਸਮਾਜ ਸੀ ਉਹਦੇ ਵਿੱਚ ਵਰਨ ਇਸਤੇਮਾਲ ਹੁੰਦਾ ਸੀ, ਯਾਦ ਰੱਖਿਓ। ਉਹਦੇ ਵਿੱਚ ਗੋਰੇ ਅਤੇ ਕਾਲੇ ਦਾ ਚਮੜੀ ਦੇ ਰੰਗ ਦੇ ਆਧਾਰ ਤੇ ਸਮਾਜ ਸੀ। ਨੈਕਸਟ ਆ ਗਿਆ ਕਾਸਟ ਬੇਸਡ ਸਮਾਜ ਹੈ ਜਿਹੜਾ ਉਹ ਕਿਤੇ ਨਹੀਂ ਹੋਇਆ। ਹੁਣ ਤੁਸੀਂ ਕਹੋਗੇ ਸਰ ਕਿਉਂ ਨਹੀਂ ਹੋਇਆ? ਠੀਕ ਹੈ, ਵੈਦਿਕ ਸਿਵਲਾਈਜੇਸ਼ਨ ਦੇ ਵਿੱਚ ਸਮਾਜ ਹੈ ਜਿਹੜਾ ਉਹ ਕਾਸਟ ਬੇਸਡ ਨਹੀਂ ਸੀ, ਉਹ ਸੀ ਓਕੂਪੇਸ਼ਨ ਬੇਸਡ। ਓਕੂਪੇਸ਼ਨ ਦਾ ਮਤਲਬ ਹੈ ਕਿੱਤਾ ਮੁਖੀ, ਕਿੱਤੇ ਦੇ ਆਧਾਰ ਤੇ ਸਮਾਜ ਵੰਡਿਆ ਹੋਇਆ ਸੀ। ਓਕੂਪੇਸ਼ਨ ਕਿੱਤੇ ਦੇ ਆਧਾਰ ਤੇ, ਪਹਿਲੇ ਨੰਬਰ ਤੇ ਬ੍ਰਾਹਮਣ ਜਿਹੜੇ ਸੰਸਕ੍ਰਿਤ ਪੜ੍ਹਦੇ ਤੇ ਬੋਲਦੇ ਨੇ, ਦੂਸਰੇ ਨੰਬਰ ਤੇ ਛਤਰੀय, ਤੀਸਰੇ ਨੰਬਰ ਤੇ ਵੈश्य, ਚੌਥੇ ਨੰਬਰ ਤੇ ਸ਼ੂਦਰ। ਉਹ ਕਾਸਟ ਨਹੀਂ ਸੀ, ਕਾਸਟ ਬਾਅਦ ਚੋਂ ਜਾ ਕੇ ਬਣ ਗਈ ਵੈਦਿਕ ਸਿਵਲਾਈਜੇਸ਼ਨ 'ਚ। ਪਹਿਲਾ ਵੈਦਿਕ ਸਿਵਲਾਈਜੇਸ਼ਨ 'ਚ ਸਮਾਜ ਓਕੂਪੇਸ਼ਨ ਦੇ ਆਧਾਰ ਤੇ ਵੰਡਿਆ ਹੋਇਆ ਸੀ। ਯਾਨੀ ਕਿ ਡੀ ਹੈ ਜਿਹੜਾ ਇਹ ਕਿਤੇ ਵੀ ਇੰਪਲੀਕੇਬਲ ਨਹੀਂ, ਸੀ ਹੈ ਜਿਹੜਾ ਵੈਦਿਕ ਸਿਵਲਾਈਜੇਸ਼ਨ 'ਚ ਇੰਪਲੀਕੇਬਲ ਹੈ, ਤੇ ਜੇ ਸਿੰਧੂ ਘਾਟੀ ਦੀ ਸਭਿਅਤਾ ਦੇ ਆਧਾਰ ਤੇ ਪੁੱਛਿਆ ਆਨਸਰ ਕੀ ਆ ਜਾਊਗਾ? ए ऑप्शन। आई होप इन्नी गल थोनू क्लीयर होगी होगी। नेक्स्ट अगे क्वेश्चन कहता जी विच स्टेटमेंट ऑन द हड़प्पन सिविलाइजेशन इज करैक्ट। निम्नलिखित दे विचों दित्ती गई कथना दे विचों केड़ी कथन हड़प्पा सभ्यता बारे सही कही जा सकती है? कहता जी होर्स सैक्रीफाइस दा मतलब है घोड़े दा बलिदान। इनू असी अश्वमेघ यज्ञ कहने आ। की बोलते हैं? अश्वमेघ यज्ञ का मतलब हुंदा है ऐसा एक यज्ञ जिहदे अंत दे विच घोड़े की बलि दित्ती जाती सी। ते जिहड़ी घोड़े की बलि है या अश्वमेघ यज्ञ है ये वैदिक सिविलाइजेशन च परफॉर्म हुंदा सी, इसलिए पहला तो क्वेश्चन गलत हो गया। दूसरा काउ सैक्रीफाइस्ड, ये भी गलत है। क्यों गलत है आगे डिस्कस करूंगा। तीसरा आ गया पशुपति वॉज वेंटेड, यानी कि भगवान पशुपति की पूजा की जाती सी। उपर मैं दस के आया अकॉर्डिंग टू हड़प्पन सिविलाइजेशन तीन चीज़ां मेन ने। नंबर 1 मदर गोडेस, नंबर 2 पिपल दा पेड़, नंबर 3 भगवान पशुपति की पूजा। तो सी आंसर है। हुण मैं जो तुहानूं समझाउण जा रहा किताब नहीं समझाऊगी, खोपड़ दे विच इहनूं स्टोर कर लो। बहुत इंपॉर्टेंट गल समझा रहे हैं। हुण मेरी गल ध्यान नाल समझो। जिहड़ी इंडस वैली सिविलाइजेशन है वो लगभग 2350 BC तो लैके 1750 BC तक हुई है। ठीक है, इंडस वैली सिविलाइजेशन दे विच तीन चीज़ां एबसेंट सी। तीन चीज़ां एबसेंट सी यानी कि तीन चीज़ां की बिल्कुल जानकारी नहीं मिलती। पहली चीज़ है काऊ, गऊ, गां। तीसरी चीज़ है होर्स, घोड़ा। ते चौथी चीज़ है आयरन यानी कि लोहा। आ तीन चीज़ां कदे भी सिंधु घाटी की सभ्यता च इहदी कोई जानकारी नहीं है। तो मतलब यह जा कोई भी ऑप्शन जिहड़ा होर्स, काऊ ਅਤੇ ਲੋਹੇ ਦੇ ਨਾਲ ਜੁੜਿਆ ਹੋਵੇ ਉਹ ਸਿੰਧੂ ਘਾਟੀ ਦੀ ਸਭਿਅਤਾ 'ਚ ਕਿਸੇ ਵੀ ਤਰੀਕੇ ਨਾਲ ਆਨਸਰ ਨਹੀਂ ਹੋ ਸਕਦਾ। ਇਹਨਾਂ ਤਿੰਨਾਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਸਾਡੇ ਸਮਾਜ 'ਚ ਸ਼ੁਰੂ ਹੁੰਦੀ ਹੈ ਉਹ ਸ਼ੁਰੂ ਹੁੰਦੀ ਹੈ ਜੀ ਵੈਦਿਕ ਸਿਵਲਾਈਜੇਸ਼ਨ 'ਚ। ਇਹਦੇ ਵਿੱਚ ਵੈਦਿਕ ਸਿਵਲਾਈਜੇਸ਼ਨ 'ਚ यानी कि जब वेदा का पीरियड शुरू होता है। इंडस वैली सिविलाइजेशन तो अगला चैप्टर जिहड़ी भी बुक है वो वैदिक सिविलाइजेशन का होंदा है। ऋग्वेद, यजुर्वेद, सामवेद, अथर्ववेद, ये तीनों चीज़ां सानू वैदिक सिविलाइजेशन दे विच मिलियां ने जाके जानकारी। इहदा इंडस वैली सिविलाइजेशन दे विच कोई रोल नहीं। ठीक है जी। एक क्वेश्चन होर याद रखियो कि इंडस वैली सिविलाइजेशन के लोग दुनिया के पहले लोग सी जिन्हां ने कॉटन की खेती शुरू की। कॉटन मतलब कपाह, नरमा। इंडस वैली सिविलाइजेशन के लोग दुनिया के पहले लोग सी जिन्हां ने कॉटन यानी कि कपाह की खेती शुरू करी। उस तो पहला इंडस वैली सिविलाइजेशन तो पहला कदे भी किते भी कॉटन की खेती की जानकारी पूरी दुनिया च किते नहीं मिली। याद रखियो। क्लीयर है। एक तुसी साइन सुनिया होगा या देखिया होगा, ज़्यादातर ये हिंदू धर्म के जोड़े लोग होंगे ने उन्हों की पाठ पूजा च इस्तेमाल होंदा है। इनू असी श्री गणेश या स्वास्तिक का साइन बोल दें, है ना बच्चों। यह साइन है, यदा मतलब होंदा गुड लक। ये भी सिंधु घाटी की सभ्यता के लोग इस्तेमाल करते सी। यदा मतलब होंदा गुड लक, भविख की चंगे भविख की कामना। ये वाला जो साइन है ये भी सिंधु घाटी की सभ्यता के लोग इस्तेमाल करते सी। याद रखियो। क्लीयर बच्चों। नैक्सट अगे बढ़ते हैं। अच्छा जी, अगला क्वेश्चन। कई बार क्वेश्चन आता है कि सिंधु घाटी के सभ्यता के लोग एक तरीके के रब नूं मनदे सी या पॉली मतलब बहुत तरीके दे मल्टी गॉड नूं मनदे सी। तो आंसर याद रखियो, इंडस वैली सिविलाइजेशन के लोग मल्टी गॉड पूजते सी, एक तरीके का रब नहीं पूजते सी। पशुपति हो गया, पिपल हो गया, है ना, तो मदर गोडेस हो गया, मल्टी गॉड नूं पूजते सी। याद रखियो।
इंसान द्वारा लभी गई पहली मैटल धात किहड़ी सी? क्वेश्चन आंदा है इंसान द्वारा लभी गई पहली धात। उरे मैंने किते भी ये नहीं कहा भी सिंधु घाटी के सभ्यता के लोगों द्वारा लभी गई पहली धात। मैं कहना इंसान, चाहे वह इंडिया का है, एशिया का है, अफ्रीका का है, अमरीका का है, जिन्नी भी ह्यूमन रेस है उन्होंने द्वारा लभी गई पहली धात जिहड़ी सी वो कोपर सी, तांबा सी। कोपर सी या की सी? तांबा। या ये कह लो एक क्वेश्चन होर आंदा है इंसान द्वारा डोमैस्टिकेटेड किया गया। बहुत क्वेश्चन पूछते हैं। डोमैस्टिकेटेड का मतलब होंगे घरेलू। इंसान द्वारा घरेलू बनाया गया पहला जानवर केड़ा सी? डॉग सी। ये भी याद रखियो, वेरी वेरी इंपॉर्टेंट। आ वाला क्वेश्चन काओ, हॉर्स ते आए ने तो इन्ना ज्यादा पूछते हैं ना, हद ही नहीं कोई। क्वेश्चन नंबर 3 ते मूव कर रहे हैं जी। कहंदा जी निम्नलिखित दे विचों जद असी एग्जावेट किया, एग्जावेटेड का मतलब होंगे खुदाई करना, सानू अवशेष मिले। अवशेष मतलब बची खुचियां चीज़ां मिलियां। किहड़ी बची खुचियां चीज़ां तो सानू इस गल की जानकारी मिलती है कि इंडस वैली सिविलाइजेशन के जिहड़े लोग सी ओह कमर्शियल, कमर्शियल मतलब हुंदा है व्यापारिक तौर पे या व्यापार करते सी ते इकनॉमिक तौर पे आर्थिक नीति बारे भी जानते सी। कहंदा जद असीं खुदाई की, खुदाई के दौरान सानू इहो जिहे किहड़े अवशेष मिले जितों सानू ये पता चलिया कि इंडस वैली सिविलाइजेशन के जिहड़े लोग सीगे व्यापारिक अते आर्थिक विकास उत्थे हो चुकिया सी। ठीक है, हुणी मैं उपर दस के आया भी इंडस वैली सिविलाइजेशन की सभ्यता एक अर्बन सभ्यता सी, शहरी सभ्यता सी। शहर का निर्माण बिना व्यापार, बिना मनी, बिना आर्थिकता तो किवें हो सकता है? हुण एक गल जो मैं समझा रहा प्यार नाल समझियो तां समझ आऊगी, अदरवाइज ठन गोपाल समझ नहीं आएगी। हुण की है बच्चों, ध्यान नाल समझो। इंडस वैली सिविलाइजेशन के जिहड़े लोग सी ओह एक मर्चेंट सभ्यता सी। मर्चेंट मतलब व्यापारिक सभ्यता, कृषि सभ्यता नहीं सी, व्यापारिक सभ्यता सी। हुण तुसीं कहोगे साडी किताबां च तां दस्सिया जी ओह कृषि करदे सी। हुण जिहड़ा एक किसान है, आराम नाल गल समझनी है, किसान दो तरीके की खेती करता हुंदा है। पहली खेती ओह करदा है जिहदे विच ओह उन्ना का अनाज बीजदा है कि एक साल दे विच मेरे ते मेरे परिवार नूं जिन्नी अनाज की लोड़ है उन्ना क निकले आवे। एक किसान वो है जिहदा खेती करन दा मेन मकसद की है कि एक साल बाद या 6 महीनों बाद जिहड़ी भी फसल आऊगी उन्होंने मैं बाहर बेच के इनकम जनरेट करूँगा, पैसा बनाऊँगा, प्रॉफिट कमाऊँगा। तो जिहड़ा पहले स्टैप वाला है ये तो किसान है, जिहड़ा दूजे स्टैप वाला है ये व्यापारिक किसान है। तो इंडस वैली सिविलाइजेशन के जिहड़े लोग सी वो खेती आपदे वास्ते नहीं, बाहर बेच के व्यापार करने वास्ते करते सी, वो व्यापारिक किसान सी। इसलिए कहा जाता है इंडस वैली सिविलाइजेशन की सभ्यता एक व्यापारी सभ्यता सी। हुण जे वो व्यापार करते हैं, व्यापार का मतलब होंदा है किसी नूं एक चीज़ देना, किसी तो एक चीज़ लैना, तो वह व्यापार किहदे नाल करदे सी? वह व्यापार करदे सी मैसोपोटामिया की सभ्यता नाल। किहदे नाल करदे सी? मैसोपोटामिया के लोकां नाल। मैसोपोटामिया की है? अज का जिहड़ा तुसीं देश सुनिया इराक या कुछ हिस्सा सुनिया ईरान, इस देश दे विच जिहड़ी सभ्यता हुई है उन्होंने असीं मैसोपोटामिया की सभ्यता कहने आ। क्वेश्चन आंदा है वर्ल्ड की सब तो पुरानी सभ्यता किहड़ी है? वर्ल्ड्स ओल्डेस्ट सिविलाइजेशन किहनूं कहा गया? पूरी दुनिया की सब तो पुरानी सभ्यता मैसोपोटामिया की सभ्यता नूं कहा गया है। ते दूजे नंबर ते दुनिया की सब तो पुरानी सभ्यता IVC यानी कि इंडस वैली सिविलाइजेशन हुई है। हुण असीं व्यापार वाली गल ते आने आ। मैं दस्सिया कि इंडस वैली सिविलाइजेशन के जिहड़े लोग सी वो व्यापार करते सी मैसोपोटामिया के लोगों नाल। सानूं किवें पता चलिया? हुण मान के चलो अज दे टाइम असीं कोई कपड़ा खरीदते हैं, बूट खरीदते हैं, उत्ते मार्का लग्या हुंदा है, टॉमी का मार्का, नाइकी का मार्का। उवें ही इंडस वैली सिविलाइजेशन च हुंदा सी। इंडस वैली सिविलाइजेशन च साडे उरों जिहड़ा अनाज या जो भी चीज़ जांदी सी मैसोपोटामिया देश दे विच उन्हां उत्ते मोहर लगी हुंदी सी, सील लगी हुंदी सी। किसी दे उत्ते किश्ती की फोटो छपी होगी है ना, किसी दे उत्ते रब थोड़ा भला करे किसी जानवर की फोटो छपी होगी। खुदाई के दौरान जिहड़ी मोहर, जिहड़ी सील, जिहड़ी स्टैंप इधर मिली है इंडस वैली सिविलाइजेशन दे विच, उही स्टैंप, उही मोहर, उही स्टाइल, उही मटीरियल, उही साइज दी सानू मैसोपोटामिया च मिली है। जितों ये पता चलता है कि दोनों सभ्यतावां आपस दे विच व्यापार करदियां सी। तो इसलिए थर्ड क्वेश्चन का आंसर हो गया सील। सील मतलब स्टैंप, स्टैंप मतलब मोहर। ठीक है, कि केड़ी चीज़ तो पता चलिया भी वो व्यापार करते सी, सील तो पता चलिया।
ਕਿਹਦੇ ਨਾਲ ਵਪਾਰ ਕਰਦੇ ਸੀ? ਮੈਸੋਪੋਟਾਮੀਆ ਦੇ ਲੋਕਾਂ ਨਾਲ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਗੀ। ਜੇ ਪੁੱਛਿਆ ਜਾਵੇ ਜਿਹੜੀ ਸੀਲ ਹੈ ਉਹ ਕਿਹੜੇ ਮਟੀਰੀਅਲ ਦੀ ਬਣੀ ਹੁੰਦੀ ਸੀ? ਉਹ ਬਣੀ ਹੁੰਦੀ ਸੀ ਸਟੇਟਾਈਟ ਮਟੀਰੀਅਲ ਦੀ। ਸਟੇਟਾਈਟ ਮਟੀਰੀਅਲ ਦੀ ਬਣੀ ਹੁੰਦੀ ਸੀ। ਇੱਕ ਤਰੀਕੇ ਦੀ ਖਾਸ ਛਾਨੀ ਹੋਈ ਮਿੱਟੀ ਹੁੰਦੀ ਸੀ, ਚਿਕਨੀ ਮਿੱਟੀ, ਉਹਨੂੰ ਸਟੇਟਾਈਟ ਮਟੀਰੀਅਲ ਕਹਿੰਦੇ ਨੇ। ਨੈਕਸਟ ਚੌਥੇ ਕੁਐਸਚਨ ਵੱਲ ਵਧ ਰਹੇ ਹਾਂ ਬੱਚੋ। ਕਹਿੰਦਾ ਅਰਲੀਐਸਟ ਸਿਟੀ ਡਿਸਕਵਰਡ ਇਨ ਇੰਡੀਆ। ਸਭ ਤੋਂ ਪਹਿਲਾ ਸ਼ਹਿਰ ਜਿਹੜਾ ਇੰਡੀਆ ਦੇ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਦਾ ਲੱਭਿਆ ਗਿਆ। ਹੁਣ ਇੰਡੀਆ ਦਾ ਮਤਲਬ ਅੱਜ ਦਾ ਇੰਡੀਆ ਨਹੀਂ ਹੈਗਾ। ਇੰਡੀਆ ਦਾ ਮਤਲਬ ਜਿਹ 'ਚ ਪੁਰਾਣੇ ਟਾਈਮ 'ਚ ਪਾਕਿਸਤਾਨ ਵੀ ਸੀ, ਬੰਗਲਾਦੇਸ਼ ਵੀ ਸੀ, ਕੁਝ ਹਿੱਸਾ ਅਫਗਾਨਿਸਤਾਨ ਦਾ ਵੀ ਸੀ। ਸਭ ਤੋਂ ਪਹਿਲਾ ਸ਼ਹਿਰ ਜਿਹੜਾ ਸਾਡੇ ਨੇੜੇ ਤੇੜੇ ਲੱਭਿਆ ਇੰਡੀਆ ਦੇ ਵਿੱਚ ਜਾਂ ਦੁਨੀਆ ਦੇ ਵਿੱਚ, ਉਹਦਾ ਨਾਮ ਸੀ ਹੜੱਪਾ। 1921 ਦੇ ਵਿੱਚ ਮੈਂ ਦੱਸ ਕੇ ਆਇਆ। ਰਾਵੀ ਨਦੀ ਦੇ ਕੰਢੇ ਤੇ। ਕਿਹੜੀ ਨਦੀ ਦੇ ਕੰਢੇ ਤੇ? ਰਾਵੀ ਨਦੀ ਦੇ ਕੰਢੇ ਤੇ। ਕਿਹਨੇ ਲੱਭਿਆ ਸੀ? ਰਾਏ ਬਹਾਦੁਰ ਦਇਆਰਾਮ ਸਾਹਨੀ। ਪੂਰਾ ਨਾਮ ਹੈ ਬੰਦੇ ਦਾ ਰਾਏ ਬਹਾਦੁਰ ਦਇਆਰਾਮ ਸਾਹਨੀ। ਤੁਹਾਡੀ ਕਿਤਾਬ 'ਚ ਕੱਲਾ ਦਇਆਰਾਮ ਸਾਹਨੀ ਲਿਖਿਆ ਹੁੰਦਾ ਹੈ, ਠੀਕ ਹੈ, ਪੇਪਰ 'ਚ ਆ ਜਾਂਦਾ ਰਾਏ ਬਹਾਦੁਰ, ਉੱਥੇ ਬੱਚਾ ਕਹਿੰਦਾ ਫਿਰ ਮੇਰਾ ਤਾਂ ਕੁਐਸਚਨ ਗਿਆ। ਤਾਂ 1921 ਦੇ ਵਿੱਚ ਹੜੱਪਾ ਸ਼ਹਿਰ ਰਾਵੀ ਨਦੀ ਦੇ ਕੰਢੇ ਤੇ ਰਾਏ ਬਹਾਦੁਰ ਦਇਆਰਾਮ ਸਾਹਨੀ ਨੇ ਲੱਭਿਆ ਸੀ। ਦੂਸਰਾ ਸ਼ਹਿਰ ਜਿਹੜਾ ਮਿਲਿਆ ਸੀ ਉਹ 1922 ਚ ਮਿਲਿਆ ਸੀ, ਮੋਹਨਜੋਦਾੜੋ ਲੱਭਿਆ ਸੀ ਇੰਡਸ ਨਦੀ ਦੇ ਕੰਢੇ ਤੇ। ਕਿਹੜੀ ਨਦੀ ਦੇ ਕੰਢੇ ਤੇ? ਇੰਡਸ ਨਦੀ ਦੇ ਕੰਢੇ ਤੇ, ਜਿਹਨੂੰ ਅਸੀਂ ਸਿੰਧੂ ਨਦੀ ਵੀ ਕਹਿੰਦੇ ਹਾਂ, ਸਿੰਧੂ ਨਦੀ ਦੇ ਕੰਢੇ ਤੇ। ਮੋਹਨਜੋਦਾੜੋ ਨੂੰ ਲੱਭਣ ਵਾਲੇ ਵਿਗਿਆਨਿਕ ਦਾ ਨਾਮ ਕੀ ਸੀ? R.D. ਬੈਨਰਜੀ, ਰਾਖਲਦਾਸ ਬੈਨਰਜੀ, R.D. ਬੈਨਰਜੀ, ਰਾਖਲਦਾਸ ਬੈਨਰਜੀ। ਇੱਕ ਗੱਲ ਪਿਆਰੇ ਬੱਚੋ ਹੋਰ ਯਾਦ ਰੱਖਿਓ, ਮੋਹਨਜੋਦਾੜੋ ਜਿਹੜਾ ਸ਼ਬਦ ਹੈ ਇਹਦਾ ਅਰਥ ਕੀ ਹੁੰਦਾ ਹੈ? ਮੋਹਨਜੋਦਾੜੋ ਸ਼ਬਦ ਦਾ ਅਰਥ ਹੁੰਦਾ ਹੈ ਮਾਊਂਡ ਆਫ ਡੈਡ, ਮੁਰਦਿਆਂ ਦਾ ਟਿੱਲਾ। ਮਾਊਂਡ ਆਫ ਡੈਡ, मुर्दों का टिल्ला, माउंड ऑफ डेड, मुर्दों का टिल्ला, या फिर जिथे मुर्दे दफनाए जाते सी। ठीक है, जद असी मोहनजोदाड़ो की खुदाई की, ये प्रेजेंट डे पाकिस्तान च है, ये भी सिंधु नदी के कंढे ते। मोहनजोदाड़ो चों 3 इंपॉर्टेंट बिल्डिंगां मिलियां ने जिहदे उत्ते PS टेट च लास्ट ईयर च क्वेश्चन आया। सब तो पहला उरों मिली है एक डांसिंग गर्ल की मूर्ति, यानी कि एक लड़की है जिहड़ी डांस की शेप दे विच है, ठीक है, तो यह ब्रॉन्ज की बनी हुई है, कांसे की बनी हुई है, वो एक छोटी जी मूर्ति मिली है। डांसिंग गर्ल एवें डांस की शेप दे विच, एक हाथ उपर एक हाथ नीचे, ठीक है जी, तो ये मिली है। दूसरा उरों एक ग्रेट बाथ मिले। ग्रेट बाथ का मतलब एक स्विमिंग पूल टाइप का कमरा जिहड़ा कि खासकर औरतां दे नहाउण वास्ते इस्तेमाल हुंदा सी, वो भी जद उन्होंने कोई रिलीजियस मतलब धार्मिक इशनान करना हुंदा सी। जिवें अज दे टाइम च अपने तो बहुत सारे लोग जिहड़े ने मस्सिया नहाउण जांदे ने, वो साडा एक रिचुअल है, रीति रिवाज है, धार्मिक इशनान है। उवें जद औरतां धार्मिक इशनान करन जांदियां सी, ग्रेट बाथ एक वड्डा स्विमिंग पूल टाइप का कमरा सी। इहदे विच जिहड़ा पानी सी ओह कुएं तो लिया जांदा सी, नेड़े तेड़े दे जिहड़े वैल सी, कुएं सी, उत्थों लिया के पानी बाल्टियां नाल इहदे विच पाया जांदा सी। तीसरा एक उरों मिलिया ग्रेट ग्रेनरी। ग्रेट ग्रेनरी का मतलब की हुंदा है? ग्रेनरी का मतलब हुंदा है अनाज रखने वाला कमरा, यानी कि एक बहुत वड्डा स्टोर मिलिया जिहदे विच ओह आपदा अनाज स्टोर करदे सी। क्वेश्चन आंदा है इन्हां तिन्नां दे विचों सब तो वड्डी बिल्डिंग किहड़ी सी साइज दे अकॉर्डिंग? तां ओह सीगी ग्रेट ग्रेनरी। याद रखियो, वेरी वेरी इंपॉर्टेंट है। क्लीयर है जी। क्वेश्चन नंबर 5 ते आंदे आ। कहंदा जी इन्हां विचों किहड़ी चीज़ है जिहड़ी हड़प्पा सभ्यता या सिंधु घाटी की सभ्यता दे विच सानू नहीं मिली, which has not been found in the excavation of हड़प्पन site। इन्हां विचों किहड़ी चीज़ है जिहड़ी सिंधु घाटी की सभ्यता के अवशेष दे विच नहीं सी? हुणी मैं दस के आया वैल। वैल मतलब कूआ, ड्रेन का मतलब की हुंदा है निकास, ठीक है, ये तो बहुत इंपॉर्टेंट है। क्वेश्चन की आंदा है कि जिहड़ी इंडस वैली सिविलाइजेशन है उहनूं असीं शहरी सभ्यता कहने आ। क्यों कहने आ? असीं क्यों कहने आ भी उन्होंने शहरां दा निर्माण किया? 2 मेन कारण सी सिंधु घाटी की सभ्यता नूं शहरी सभ्यता कहण दे। ध्यान नाल सुणियो। पहला कारण की सी? उन्हां दे घर जिहड़े सी पक्कियां इट्टां दे बने हुंदे सी, प्यूका ब्रिक्स। प्यूका ब्रिक्स यानी कि बरंट ब्रिक्स। जे कच्ची इट्ट होगी तो वह मच्छी हुई नहीं होगी। बरंट ब्रिक्स का मतलब जिन्होंने पट्ठे च मचा के पक्की कर ली गई है। दूसरा उत्थे सीवरेज है लाइन सी। पूरी दुनिया च
ਸਭ ਤੋਂ ਪਹਿਲੀ ਸੀਵਰੇਜ ਲਾਈਨ, ਗੰਦੇ ਪਾਣੀ ਨੂੰ ਘਰ ਤੋਂ ਬਾਹਰ ਕੱਢ ਕੇ ਨਦੀ 'ਚ ਸੁੱਟਣ ਵਾਲੀ ਲਾਈਨ ਨੂੰ ਸੀਵਰੇਜ ਲਾਈਨ ਕਹਿੰਦੇ ਨੇ। ਸੀਵਰੇਜ ਲਾਈਨ ਕਹਿ ਲਓ ਜਾਂ ਡਰੇਨੇਜ ਸਿਸਟਮ ਕਹਿ ਲਓ, ਨਿਕਾਸੀ ਪ੍ਰਣਾਲੀ ਕਹਿ ਲਓ, ਪੂਰੀ ਦੁਨੀਆ 'ਚ ਸਭ ਤੋਂ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਜਿਹੜੇ ਲੋਕ ਸੀ ਉਹਨਾਂ ਨੇ ਬਣਾਈ ਸੀ, ਸੀਵਰੇਜ ਲਾਈਨ ਵਿਛਾਈ ਸੀ। ਤਾਂ ਡਰੇਨੇਜ ਸਿਸਟਮ ਵੀ ਉਰੇ ਹੈਗਾ ਸੀ। ਦੋ ਕਾਰਨ ਜਿਹਦੇ ਕਰਕੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕਾਂ ਨੂੰ ਸ਼ਹਿਰੀ ਸੱਭਿਅਤਾ ਕਿਹਾ ਗਿਆ, ਪੱਕੀਆਂ ਇੱਟਾਂ ਦੇ ਘਰ ਸੀ, ਪਹਿਲੀ ਦੁਨੀਆ ਦੀ ਸੀਵਰੇਜ ਲਾਈਨ ਜਾਂ ਡਰੇਨੇਜ ਸਿਸਟਮ ਸੀਗਾ। ਇਹਨਾਂ ਦਾ ਜਿਹੜੀ ਬ੍ਰਿਕ ਸੀ, ਇੱਟ, ਠੀਕ ਹੈ, ਉਹਦੀ ਲੰਬਾਈ, ਚੌੜਾਈ ਅਤੇ ਉਚਾਈ ਦਾ ਅਨੁਪਾਤ ਪੁੱਛਿਆ ਜਾਂਦਾ 4, 2 ਅਤੇ 1। ਇੰਨੀ ਜ਼ਿਆਦਾ ਵੈਲ ਪਲੈਨਡ ਸ਼ਹਿਰ ਦਾ ਨਿਰਮਾਣ ਕਰਦੇ ਸੀ ਕਿ ਜਿੰਨੀ ਲੰਬਾਈ ਹੈ, ਜਿੰਨੀ ਚੌੜਾਈ ਹੈ, ਜਿੰਨੀ ਉਚਾਈ ਹੈ, ਉਹ ਸਾਰੀ ਇੱਕ ਅਨੁਪਾਤ ਦੇ ਵਿੱਚ ਹੋਇਆ ਕਰਦੀ ਸੀ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਸਮਝ ਆ ਗਈ ਹੋਗੀ। ਨੈਕਸਟ ਕੁਐਸਚਨ ਜਿਹੜਾ ਤੁਸੀਂ ਇਹਦੇ ਉੱਤੇ ਯਾਦ ਰੱਖਣਾ ਹੈ, ਵੈਰੀ ਵੈਰੀ ਇੰਪੋਰਟੈਂਟ ਹੈ। ਇਹਨਾਂ ਦੇ ਜਿਹੜੇ ਘਰ ਸੀ ਉਹ ਗ੍ਰਿਡ ਪੈਟਰਨ 'ਚ ਬਣੇ ਹੁੰਦੇ ਸੀ। ਕਿਹੜੇ ਪੈਟਰਨ 'ਚ ਬਣੇ ਹੁੰਦੇ ਸੀ? ਗ੍ਰਿਡ ਪੈਟਰਨ। ਆਹ ਕੁਐਸਚਨ ਪੁੱਛਿਆ ਗਿਆ ਕਿ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕਾਂ ਦਾ ਜਿਹੜਾ ਘਰ ਨਿਰਮਾਣ ਸੀ, ਹਾਊਸ ਕੰਸਟਰਕਸ਼ਨ ਸੀ, ਉਹ ਕਿਹੜੇ ਪੈਟਰਨ ਦੀ ਸੀ? ਗ੍ਰਿਡ ਕੰਸਟਰਕਸ਼ਨ ਸੀ। ਫੋਰਟ, ਕਿਲੇ ਵੀ ਹੁੰਦੇ ਸੀ। ਜੇ ਨਦੀ ਹੈਗੀ ਹੈ ਤਾਂ ਰੈਜ਼ਰਵਾਇਰ ਵੀ ਹੋਊ। ਰੈਜ਼ਰਵਾਇਰ ਮਤਲਬ ਜਲ ਸਟੋਰ ਕਰਨ ਦਾ, ਪਾਣੀ ਸਟੋਰ ਕਰਨ ਦਾ। ਉੱਥੇ ਇੱਕ ਚੀਜ਼ ਨਹੀਂ ਸੀ, ਟੈਂਪਲ ਵਿਦ ਸ਼ਿਕਰਾਜ਼। ਟੈਂਪਲ ਵਿਦ ਸ਼ਿਕਰਾਜ਼ ਕੀ ਹੁੰਦਾ? ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਮੰਦਿਰ 'ਚ ਜਾਓ ਤਾਂ ਉਹਦੇ ਵਿੱਚ ਕੀ ਹੋਏਗਾ? ਇਸ ਤਰੀਕੇ ਦੇ ਨਾਲ ਉੱਪਰ ਮੰਦਿਰ ਦਾ ਟੈਂਪਲ ਹੋਏਗਾ ਉੱਪਰ, ਤੇ ਆਹ ਵਾਲੀ ਛੱਤ ਹੋਊਗੀ, ਯਾਨੀ ਕਿ ਸੀਲਿੰਗ ਹੋਊਗੀ ਉੱਪਰ, ਸਿਰ ਤੇ ਛੱਤ, ਤੇ ਉਰੇ ਜਿਹੜੀ ਹੈ ਆਈਡਲ ਵਰਸ਼ਿਪ ਹੋ ਰਹੀ ਹੈ, ਮੂਰਤੀ ਪੂਜਾ ਹੁੰਦੀ ਹੈ, ਜਾਂ ਜੋ ਵੀ ਹਿੰਦੂ ਧਰਮ ਦੇ ਵਿੱਚ ਰੀਤੀ ਰਿਵਾਜ ਨੇ ਉਹ ਪਰਫਾਰਮ ਕੀਤੇ ਜਾਂਦੇ ਨੇ। ਇਹੀ ਛੱਤ ਤੁਹਾਨੂੰ ਅੱਗੇ ਜਾ ਕੇ ਹਰ ਇੱਕ ਮੰਦਿਰ, ਮਸਜਿਦ, ਗੁਰਦੁਆਰੇ 'ਚ ਵੀ ਮਿਲਦੀ ਹੈ। ਕਿਸੇ 'ਚ ਗ੍ਰੰਥ ਸਾਹਿਬ ਜੀ ਦੀ ਪੂਜਾ ਹੁੰਦੀ ਹੈ, ਠੀਕ ਹੈ ਜੀ। ਮਸਜਿਦ ਦੇ ਵਿੱਚ ਆਪਦੇ ਅਕੋਰਡਿੰਗ ਪੂਜਾ ਹੁੰਦੀ ਹੈ। ਕਹਿਣ ਦਾ ਭਾਵ ਹੈ ਵੀ ਆਹ ਜਿਹੜੀ ਛੱਤ ਹੈ ਉਹ ਹਰ ਥਾਂ ਤੇ ਮਿਲੂਗੀ, ਉੱਪਰੋਂ ਕੋਈ ਖੁੱਲਾ ਨਹੀਂ ਮਿਲੂਗਾ। ਲੇਕਿਨ ਸਿੰਧੂ ਘਾਟੀ ਦੀ ਸੱਭਿਅਤਾ ਦੇ ਵਿੱਚ ਕੀ ਸੀ? ਉਹ ਓਪਨ 'ਚ ਪੂਜਾ ਕਰਦੇ ਸੀ। ਇੱਧਰਲੀ ਦੀਵਾਰ ਹੋ, ਇੱਧਰਲੀ ਦੀਵਾਰ ਹੋ, ਇੱਧਰਲੀ ਦੀਵਾਰ ਹੋ, ਚਾਰੋਂ ਪਾਸੇ ਦੀਵਾਰਾਂ ਹੋਣਗੀਆਂ। ਜਿਹੜਾ ਟੌਪ ਹੈ, ਉੱਪਰ ਸ਼ਿਖਰ ਹੈ, ਉੱਪਰ ਸ਼ਿਖਰ ਵਾਲੀ ਛੱਤ ਨਹੀਂ ਹੋਊ। ਜਿਵੇਂ ਆਪਣਾ ਕਮਰਾ ਉੱਪਰੋਂ ਖੁੱਲਾ ਤਾਂ ਨਹੀਂ ਹੁੰਦਾ, ਉੱਪਰ ਛੱਤ ਹੁੰਦੀ ਹੈ। ਇਹਨਾਂ ਦੇ ਵਿੱਚ ਕੀ ਹੁੰਦਾ ਸੀ? ਇਹਨਾਂ ਦਾ ਜਿਹੜਾ ਟੈਂਪਲ ਹੈ 4 ਦੀਵਾਰੀ 'ਚ ਹੋਊਗਾ, ਲੇਕਿਨ ਉੱਪਰ ਜਿਹੜਾ ਟੌਪ ਹੈ ਉਹ ਨਹੀਂ ਹੋਊਗਾ। ਇਸ ਲਈ ਕਹਿੰਦੇ ਨੇ ਟੈਂਪਲ ਵਿਦ ਸ਼ਿਕਰਾਸ ਨਾਟ ਪ੍ਰੈਜ਼ੈਂਟ ਇਨ ਇੰਡਸ ਵੈਲੀ ਸਿਵਲਾਈਜੇਸ਼ਨ। ਟੌਪ ਤਾਂ ਹੈ ਨਹੀਂ ਸੀ, ਸ਼ਿਖਰ ਤਾਂ ਹੁੰਦਾ ਹੀ ਨਹੀਂ ਸੀ ਇਹਨਾਂ ਦੇ ਟੌਪ ਤੇ, ਠੀਕ ਹੈ ਜੀ। ਹੁਣ 6ਵਾਂ ਕੁਐਸਚਨ ਕਹਿੰਦਾ ਹੜੱਪਨ ਸਿਵਲਾਈਜੇਸ਼ਨ ਵਾਸ ਡਿਸਕਵਰਡ ਇਨ ਵਿਚ ਈਅਰ। ਹੁਣੀ ਦੱਸ ਕੇ ਆਇਆ, ਸਭ ਤੋਂ ਪਹਿਲਾ ਸ਼ਹਿਰ ਜਿਹੜਾ ਹੜੱਪਾ ਸੱਭਿਅਤਾ ਦਾ ਮਿਲਿਆ ਉਹ 1921 ਦੇ ਵਿੱਚ ਮਿਲਿਆ ਸੀ, ਹੜੱਪਾ, ਰਾਵੀ ਨਦੀ ਦੇ ਕੰਢੇ ਤੇ। ਕੁਝ ਹੋਰ ਸ਼ਹਿਰ ਨੇ, ਉਹਨਾਂ ਦੀ ਲੋਕੇਸ਼ਨ ਯਾਦ ਰੱਖ ਲਓ, ਜਿਵੇਂ ਕਾਲੀਬੰਗਾ। ਕਾਲੀਬੰਗਾ ਸ਼ਹਿਰ ਹੈ ਜਿਹੜਾ, ਇਹ ਰਾਜਸਥਾਨ 'ਚ ਹੈ। ਕਾਲੀਬੰਗਾ ਸ਼ਹਿਰ ਹੈ ਜਿਹੜਾ ਉਹ ਕਿੱਥੇ ਹੈ? ਰਾਜਸਥਾਨ 'ਚ ਹੈ, ਠੀਕ ਹੈ। ਇਹ ਵੀ ਸਿੰਧੂ ਘਾਟੀ ਦੀ ਸੱਭਿਅਤਾ ਦਾ ਸ਼ਹਿਰ ਹੈ। ਇੱਕ ਸ਼ਹਿਰ ਹੈ ਲੋਥਲ। ਲੋਥਲ ਸਭ ਤੋਂ ਵੱਡਾ ਟ੍ਰੇਡ ਸੈਂਟਰ ਹੁੰਦਾ ਸੀ, ਵਪਾਰਿਕ ਸੈਂਟਰ ਹੁੰਦਾ ਸੀ ਸਿੰਧੂ ਘਾਟੀ ਦੀ ਸੱਭਿਅਤਾ ਦਾ। ਜਿਵੇਂ ਤੁਹਾਨੂੰ ਕੋਈ ਪੁੱਛਦੇ ਅੱਜ ਦੇ ਪੰਜਾਬ ਦਾ ਸਭ ਤੋਂ ਵੱਡਾ ਟ੍ਰੇਡ ਸੈਂਟਰ ਕਿਹੜਾ ਸੀ, ਕਹਿੰਦਾਂਗੇ ਲੁਧਿਆਣਾ, ਜਲੰਧਰ, ਇੰਡੀਆ ਦਾ ਦਿੱਲੀ ਜਾਂ ਬੈਂਗਲੌਰ। ਉਵੇਂ ਉੱਥੇ ਸਭ ਤੋਂ ਵੱਧ ਜਿਹੜਾ ਵਪਾਰ ਹੁੰਦਾ ਸੀ ਸਿੰਧੂ ਘਾਟੀ ਦੀ ਸੱਭਿਅਤਾ 'ਚ ਲੋਥਲ ਸ਼ਹਿਰ ਤੋਂ ਹੁੰਦਾ ਸੀ, ਤੇ ਤੁਹਾਨੂੰ ਗੁਜਰਾਤ 'ਚ ਮਿਲਿਆ। ਤੀਸਰਾ ਇੱਕ ਹੋਰ ਸ਼ਹਿਰ ਹੈ ਰੋਪੜ। ਰੋਪੜ ਅੱਜ ਦੇ ਪੰਜਾਬ 'ਚ ਹੈ, ਸਤਲੁਜ ਨਦੀ ਦੇ ਕੰਢੇ ਤੇ ਹੈ। ਸਤਲੁਜ ਨਦੀ ਦੇ ਕੰਢੇ ਤੇ ਮਿਲਿਆ। ਇਹ ਵੀ ਸਿੰਧੂ ਘਾਟੀ ਦੀ ਸੱਭਿਅਤਾ ਦਾ ਇੱਕ ਸ਼ਹਿਰ ਹੈ, ਠੀਕ ਹੈ। 2 ਸ਼ਹਿਰ ਹੋਰ ਯਾਦ ਰੱਖ ਲਓ, ਚੌਥਾ ਤੇ ਪੰਜਵਾਂ। ਇੱਕ ਹੈਗਾ ਰਾਖੀਗੜ੍ਹੀ, ਰਾਖੀਗੜ੍ਹੀ। ਇੱਕ ਹੈਗਾ ਬੱਚੋ ਬੰਨਾਵਲੀ, ਰਾਖੀਗੜ੍ਹੀ। ਇੱਕ ਹੈਗਾ ਤੁਹਾਡੇ ਕੋਲੇ ਬੰਨਾਵਲੀ। ਇਹ ਤੁਹਾਨੂੰ ਮਿਲਣਗੇ ਹਰਿਆਣੇ 'ਚ ਦੋਨੋਂ। ਰਾਖੀਗੜ੍ਹੀ ਤੇ ਬੰਨਾਵਲੀ ਦੋਨੋਂ ਕੀ 'ਚ ਮਿਲਣਗੇ? ਤੁਹਾਨੂੰ ਹਰਿਆਣੇ 'ਚ ਮਿਲਣਗੇ। ਕੀ 'ਚ ਮਿਲਣਗੇ ਬੱਚੋ? ਹਰਿਆਣੇ 'ਚ। ਯਾਦ ਰੱਖਿਓ, ਹਰਿਆਣੇ 'ਚ ਪ੍ਰੈਜ਼ੈਂਟ ਡੇ। ਇੱਕ ਸ਼ਹਿਰ ਹੈ ਅਲਾਮਗੀਰਪੁਰ। ਅਲਾਮਗੀਰਪੁਰ ਇਹ ਪ੍ਰੈਜ਼ੈਂਟ ਡੇ ਤੁਹਾਨੂੰ ਯੂਪੀ 'ਚ ਮਿਲੂਗਾ, ਉੱਤਰ ਪ੍ਰਦੇਸ਼ 'ਚ ਮਿਲੂਗਾ। ਇਸ ਤਰੀਕੇ ਨਾਲ ਬਹੁਤ ਸ਼ਹਿਰ ਨੇ, ਠੀਕ ਹੈ। ਜਿਵੇਂ ਇੱਕ ਹੋਰ ਹੈ ਚਨੂਦਰੋ ਜਾਂ ਚੰਨੂਦਾਰੋ ਬੋਲ ਦਿੰਦੇ ਨੇ, ਚੰਨੂਦਾਰੋ। ਇਹ ਸਿੰਧੂ ਨਦੀ ਯਾਨੀ ਕਿ ਇੰਡਸ ਨਦੀ ਦੇ ਕੰਢੇ ਤੇ ਹੈ। ਇਹ ਵੀ ਪ੍ਰੈਜ਼ੈਂਟ ਡੇ ਪਾਕਿਸਤਾਨ 'ਚ ਹੈ। ਇਹ ਵੀ ਪ੍ਰੈਜ਼ੈਂਟ ਡੇ ਕਿੱਥੇ ਹੈ ਬੱਚੋ? ਪਾਕਿਸਤਾਨ 'ਚ। ਯਾਦ ਰੱਖਿਓ। ਨੈਕਸਟ ਆ ਜਾਓ। 7ਵਾਂ ਕੁਐਸਚਨ ਗੁੱਡ ਹੈ। ਇਹ ਉਹੀ ਬੰਦਾ ਸਮਝ ਸਕਦਾ ਹੈ ਜਿਹਨੂੰ ਪੂਰੀ ਇਤਿਹਾਸ ਦੀ ਚੰਗੀ ਤਰ੍ਹਾਂ ਜਾਣਕਾਰੀ ਹੈ। ਕਹਿੰਦਾ ਜੀ ਸਿੰਧੂ ਘਾਟੀ ਦੀ ਪ੍ਰਾਚੀਨ ਸੰਸਕ੍ਰਿਤੀ ਹੈ ਅਤੇ ਹਿੰਦੂ ਧਰਮ ਦੇ
ਵਿਚਾਰਿਕ ਜੈਵਿਕ ਸੰਬੰਧ ਅੱਜ ਦੀ ਪੂਜਾ ਦੁਆਰਾ ਸਾਬਿਤ ਹੁੰਦੇ ਨੇ। ਇਹ ਜੀ ਕਿਹੜੀਆਂ ਰਿਚੁਅਲਸ ਨੇ, ਰੀਤੀ ਰਿਵਾਜ ਨੇ, ਚਿੰਨ੍ਹ ਨੇ, ਲਕਸ਼ਣ ਨੇ, ਲੱਖਣ ਨੇ, ਜਿਹਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਪੁਰਾਤਨ ਸਮਾਜ ਦੇ ਵਿੱਚ ਜੋ ਸਿੰਧੂ ਘਾਟੀ ਦੀ ਸੱਭਿਅਤਾ ਹੋਈ ਹੈ ਤੇ ਅੱਜ ਦਾ ਜਿਹੜਾ ਹਿੰਦੂ ਸਮਾਜ ਹੈ ਉਹ ਲਗਭਗ ਇੱਕ ਦੂਜੇ ਨਾਲ ਮਿਲਦਾ ਜੁਲਦਾ ਹੈ ਜਾਂ ਦੋਨੋਂ ਇੱਕੋ ਹੀ ਹਨ। ਇਹ ਜੇ ਕਿਹੜੇ ਪ੍ਰੂਫ ਸਾਨੂੰ ਮਿਲੇ ਨੇ, ਜਾਂ ਇਹ ਕਹ ਲਓ ਦੋਨਾਂ ਦੇ ਪੁੱਜਣ ਦਾ ਤਰੀਕਾ ਇੱਕੋ ਨਾਲ ਦਾ ਸੀ, ਕਿਹੜੀ ਚੀਜ਼ਾਂ ਤੋਂ ਸਾਨੂੰ ਇਹ ਪਤਾ ਚੱਲਿਆ। ਪਹਿਲਾ ਆਪਸ਼ਨ ਹੈ, ਦੇਖੋ ਇੰਡਸ ਵੈਲੀ ਸਿਵਲਾਈਜੇਸ਼ਨ 'ਚ ਪਸ਼ੂਪਤੀ ਦੀ ਪੂਜਾ ਹੁੰਦੀ ਸੀ ਤੇ ਅੱਜ ਦੇ ਹਿੰਦੂ ਧਰਮ 'ਚ ਮੈਂ ਤੁਹਾਨੂੰ ਦੱਸਿਆ ਵੀ ਪਸ਼ੂਪਤੀ ਸ਼ਿਵ ਜੀ ਨੂੰ ਹੀ ਕਿਹਾ ਜਾਂਦਾ ਹੈ, ਲਾਰਡ ਸ਼ਿਵ ਨੂੰ ਕਿਹਾ ਜਾਂਦਾ ਹੈ ਤੇ ਇਹ ਵੀ ਹੈਗਾ। ਪਰ ਜਿਹੜਾ ਆਹ ਵਾਲੇ ਦੋ ਰੱਬ ਨੇ, ਆਹ ਵਾਲਾ ਰੱਬ ਹੈ ਇੰਦਰ ਹੈ ਜਿਹੜਾ, ਇਹ ਵੈਦਿਕ ਸਿਵਲਾਈਜੇਸ਼ਨ 'ਚ ਪੁੱਛਿਆ ਗਿਆ। ਠੀਕ ਹੈ, ਇੰਦਰਾ ਜਿਹਨੂੰ ਤੂਫਾਨ ਦਾ ਦੇਵਤਾ ਕਹਿੰਦੇ ਸੀ, ਇਹ ਵੈਦਿਕ ਸਿਵਲਾਈਜੇਸ਼ਨ, ਅਰਲੀ ਵੈਦਿਕ ਸਿਵਲਾਈਜੇਸ਼ਨ ਦਾ ਮੇਨ ਗॉड ਸੀ। ਤਾਂ ਇਹ ਤਾਂ ਹੋ ਨਹੀਂ ਸਕਦਾ, ਤਾਂ ਆਪਸ਼ਨ ਇਹ ਗਲਤ ਹੋ ਗਿਆ। ਦੂਸਰੇ ਆਪਸ਼ਨ 'ਚ ਕਹਿੰਦਾ ਹੈ ਸਟੋਨ, ਪੱਥਰ, ਪੇੜ ਅਤੇ ਜਾਨਵਰ। ਤੁਸੀਂ ਦੇਖੋ ਹਿੰਦੂ ਧਰਮ ਦੇ ਵਿੱਚ ਤੁਲਸੀ ਮਾਤਾ ਨੂੰ ਪੂਜਦੇ ਨੇ, ਹੈ ਨਾ। ਮੈਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਕਹਿ ਰਿਹਾ, ਮੇਰਾ ਕੰਮ ਤੁਹਾਨੂੰ ਸਿਰਫ ਪੜ੍ਹਾਉਣਾ ਹੈ। ਜਾਂ ਪਿੱਪਲ ਨੂੰ ਵੀ ਅੱਜ ਦੇ ਟਾਈਮ 'ਚ ਪੂਜਿਆ ਜਾਂਦਾ ਹੈ। ਠੀਕ ਹੈ, ਸਟੋਨ ਯਾਨੀ ਕਿ ਮੂਰਤੀ ਪੂਜਾ ਵੀ ਹੁੰਦੀ ਹੈ। ਐਨੀਮਲਸ, ਹਰ ਇੱਕ ਗॉड ਹੈ ਜਿਹੜਾ ਤੁਹਾਨੂੰ ਕਿਸੇ ਨਾ ਕਿਸੇ ਜਾਨਵਰ ਦੇ ਉੱਤੇ ਮਿਲਦਾ ਹੈ, ਜਿਵੇਂ ਭਗਵਾਨ ਸ਼ਿਵ ਦਾ ਵਾਹਕ ਨੰਦੀ ਬੈਲ ਦੱਸੇ ਗਏ ਨੇ, ਮਾਤਾ ਦੁਰਗਾ ਦਾ ਵਾਹਕ ਸ਼ੇਰ ਦੱਸਿਆ ਗਿਆ ਹੈ ਨਾ। ਤਾਂ ਮਤਲਬ ਆਹੀ ਚੀਜ਼ਾਂ ਜਿਹੜੀਆਂ ਸੀ ਵੈਦਿਕ ਸਿਵਲਾਈਜੇਸ਼ਨ ਉਹਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ 'ਚ ਸੀਗੀਆਂ, ਇਹੀ ਚੀਜ਼ਾਂ ਅੱਜ ਦੇ ਟਾਈਮ 'ਚ ਨੇ। ਉਹ ਵੀ ਪਿੱਪਲ ਦੇ ਪੇੜ ਦੀ ਪੂਜਾ ਕਰਦੇ ਸੀ। ਮੈਂ ਤੁਹਾਨੂੰ ਦੱਸਿਆ ਪਸ਼ੂਪਤੀ ਜਾਨਵਰਾਂ ਦਾ ਦੇਵਤਾ, ਉਰੇ ਵੀ ਇੱਧਰ ਵੀ ਜਾਨਵਰ ਪੂਜੇ ਜਾ ਰਹੇ ਨੇ। ਤਾਂ ਬੀ ਆਪਸ਼ਨ ਸਟੋਨ, ਟਰੀ ਐਂਡ ਐਨੀਮਲ, ਇਹ ਉਸ ਸਮੇਂ ਵੀ ਸੱਚ ਸੀ ਤੇ ਅੱਜ ਵੀ ਸੱਚ ਹੈ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ। ਹੋਰ ਬੱਚੋ ਕੀ ਯਾਦ ਰੱਖੋਗੇ, ਦੁਨੀਆ ਦਾ ਜਿਹੜਾ ਸਭ ਤੋਂ ਪਹਿਲਾ ਵਪਾਰ ਹੈ, ਟ੍ਰੇਡ ਵਰਲਡ ਦਾ, ਉਹ ਹਮੇਸ਼ਾ ਬੋਟ ਰਾਹੀਂ ਹੋਇਆ। ਬਹੁਤ ਵਾਰੀ ਕੁਐਸਚਨ ਆਉਂਦਾ ਹੈ ਪੂਰੀ ਦੁਨੀਆ 'ਚ ਜਿਹੜੀ ਵਪਾਰ ਹੈ, यातायात ਦੇ ਸਾਧਨ ਨੇ, ਉਹ ਪਹਿਲਾਂ ਕਿਹੜਾ ਸੀ? ਬੋਟ, ਕਿਸ਼ਤੀ ਰਾਹੀਂ, ਵਾਟਰ ਰਾਹੀਂ ਪੂਰੀ ਦੁਨੀਆ 'ਚ यातायात ਸ਼ੁਰੂ ਹੋਇਆ ਸੀ, ਕਮਿਊਨੀਕੇਸ਼ਨ ਸ਼ੁਰੂ ਹੋਇਆ ਸੀ। याद रखियो, क्लियर है। नैक्सट अगे चलते हैं जी। कहना जी विच वाज द ओनली साइट विद एन आर्टिफिशियल ब्रिक डॉकयार्ड, वेरी इंपॉर्टेंट क्वेश्चन। पंजाबी च पढ़ लो, थोनू समझ आ जाऊगा। क्वेश्चन की है, एक नकली इट डॉकयार्ड वाली सिंधु घाटी सभ्यता की किहड़ी साइट सी? डॉकयार्ड की हुंदा है, इनू आपां पोर्ट कह सकते हैं। पोर्ट मतलब बंदरगाह, जिथे बड़े बड़े समुद्री जहाज आके रुकते हैं। ठीक है, पुराने टाइम च लोहे के समुद्री जहाज तो होंगे नहीं सी, क्योंकि मैं दस्या आयरन की डिस्कवरी वैदिक च होगी। उरे बड़े बड़ी लकड़ियां के जहाज होंगे सी, जिथे लकड़ा के जहाज किश्तियां आके रुकदियां ने, उन्होंने बोलते हैं डॉकयार्ड। ज़्यादा किश्तियां कित्थे आके रुकणगियां? जिथे ज़्यादा व्यापार होगा, जिथे ज़्यादा लोग आएंगे। तो मैं दस के आया ज़्यादातर व्यापार जिहड़ा हुंदा सी लोथल च हुंदा सी। तां इंडस वैली सिविलाइजेशन की किहड़ी साइट दे विच सानू आर्टिफिशियल डॉकयार्ड मिलिया है? लकड़ा का बनया होया बंदरगाह, छोटी बंदरगाह मिली है। तो आंसर आऊगा लोथल, जो प्रेजेंट डे गुजरात दे विच है। ठीक है, इंडिया का जे तुसीं मैप बनाओ ना, उरे शेर का मूँह जा बनता है इस तरीके दे नाल। उरे रन ऑफ कच्छ है, रन ऑफ कच्छ दे विच पाया गया, रन ऑफ कच्छ दे विच पाया गया थोड़े कोले लोथल शहर। ठीक है जी। कालीबंगा तुहानूं दसता, ये राजस्थान च, राजस्थान च कालीबंगा। हुण क्वेश्चन बच्चों मैं तुहानूं एक बहुत इंपॉर्टेंट दस्सण जा रहे हैं। आई होप तुसीं ओनूं लिखोगे, क्योंकि वो आई ला लो भी काफ़ी बार पूछा गया। की पूछा गया कि इंडस वैली सिविलाइजेशन का किहड़ा शहर है जिथों प्लो फील्ड मिले? प्लो फील्ड का मतलब की हुंदा है? लक्कड़ का हल, या जिथे प्लो फील्ड का मतलब हुंदा है जिथे जमीन नूं जोतण दे, हल चलाण दे जिहड़े निशान मिले ने। तो जमीन के उत्ते प्लो फील्ड करन दे, हल चलाण दे जिहड़े शहर निशान मिले ने, वो कालीबंगा तो मिले ने, जितों पता चलता है भी वो हल चलाते सी, खेती करते सी। ये भी याद रखियो, इंपॉर्टेंट है। एक उठ दी हड्डियां का ढांचा, बोन्स ऑफ कैमल, बोन मतलब हड्डियां, कैमल्स मतलब उठ, उठ दी हड्डियां का ढांचा ते उहदा निशान मिले है, ये भी कालीबंगा तो मिले है। ठीक है जी, ये गल भी तुसी याद रख लेनी है, बहुत ही इंपॉर्टेंट है। नैक्सट अगे चलते हैं, अगला जी। नौवां क्वेश्चन है, विच ऑफ द फॉलोइंग डोमेस्टिकेटेड एनिमल वाज एबसेंट
इन द टेराकोटा। टेराकोटा का मतलब होंदा है मूर्तियां, ठीक है, टेराकोटा ऑफ द इंडस वैली सिविलाइजेशन। सिंधु घाटी की सभ्यता दे ਜਿਹੜੇ ਟੈਰਾਕੋਟਾ ਦੀਆਂ ਬਣੀਆਂ ਹੋਈਆਂ ਆਈਡਲ मतलब ਮੂਰਤੀਆਂ ਮਿਲੀਆਂ ਨੇ ਜਾਂ ਜੋ ਵੀ ਇਮਾਰਤਾਂ ਮਿਲੀਆਂ ਨੇ ਉਹਨਾਂ ਵਿੱਚ ਕਿਹੜੇ ਜਾਨਵਰ ਦੀ ਝਲਕ ਨਹੀਂ ਮਿਲਦੀ ਜਾਂ ਕਿਹੜਾ ਜਾਨਵਰ ਸਿੰਧੂ ਘਾਟੀ ਦੀ ਸਭਿਅਤਾ 'ਚ ਗੈਰ ਹਾਜ਼ਰ ਸੀ। ਹੁਣੀ ਪਿੱਛ ਕੇ ਦੱਸ ਕੇ ਆਇਆ ਕਿ ਦੋ ਜਾਨਵਰ ਸਿੰਧੂ ਘਾਟੀ ਦੀ ਸਭਿਅਤਾ 'ਚ ਗੈਰ ਹਾਜ਼ਰ ਸੀ, ਇੱਕ ਕਾਓ ਤੇ ਇੱਕ ਹੋਰਸ। ਆਪਸ਼ਨ 'ਚ ਕਾਓ ਦਿੱਤਾ ਹੋਇਆ ਤਾਂ ਕਾਓ ਇਜ਼ ਆਨਸਰ। ਕਾਓ ਟੋਟਲੀ ਐਬਸੈਂਟ ਸੀ। ਵੈਦਿਕ ਸਿਵਲਾਈਜੇਸ਼ਨ ਦੇ ਵਿੱਚ ਜਾ ਕੇ ਸਭ ਤੋਂ ਮਹੱਤਵਪੂਰਨ ਜਾਨਵਰ ਗਊ ਬਣੂਗਾ, याद रखियो। इंडस वैली सिविलाइजेशन के लोगों का फेवरेट टाइम पास की सी। टाइम पास का मतलब जिहदे सहारे वो टाइम पास करते सी, जिवें अज के टाइम असीं IPL देख लिया, क्रिकेट देख लिया, कबड्डी देख ली, स्नैपचैट चला लिया, है ना। उन्हों का फेवरेट टाइम पास सी गैंबलिंग, जुआ खेडना सब तो ज़्यादा पसंद करते सी। ईवन कि कुछ किताबां ये भी कहंदियां ने कि जिहड़ी अज दी चैस है वो भी इंडस वैली सिविलाइजेशन तो ही शुरू हुई है। ईवन एक अज की जी लूडो खेडते हैं आप डाइस गेम लूडो वाली, वो भी इंडस वैली सिविलाइजेशन तो शुरू हुई है। ये इन्हां दी 3 मेन खेड सीगियां जिहदे सहारे आपदा टाइम पास करते सी, याद रखियो। क्लीयर है बच्चों? हाँ ठीक है जी। नैक्सट बच्चों अगे बढ़ते हैं, कुछ होर इंपॉर्टेंट गल्लां मैं तुहानूं दस्सण दी कोशिश करूँगा। इंडस वैली सिविलाइजेशन के जिहड़े लोग सी ਉਹ किस तरीके की स्क्रिप्ट का मतलब होंदा लिपि। जिवें अज के टाइम आ चीज़ मैं लिख रहा उरे मैं शब्द बना रहा, ये शब्दावली लिपि है। इंडस वैली सिविलाइजेशन के जिहड़े लोग सी वो पिक्टोरियल स्क्रिप्ट का इस्तेमाल करते सी। पिक्टोरियल स्क्रिप्ट का मतलब की है, वो आपदी गल नूं शब्दां राहीं नहीं तस्वीरां राहीं दसदे सी। किसी भी शब्द की भाषा का इस्तेमाल नहीं करते सी, तस्वीरी लिपि का इस्तेमाल करते सी। उदाहरण के तौर पर जिवें मैं आ लिखता, ये तो की पता चलता एक बंदा खड़े है उपर वो मीह पै रहा बदल तो, यह एक तस्वीरी लिपि है। तो इंडस वैली सिविलाइजेशन के लोग जिहड़े ने तस्वीरी लिपि का इस्तेमाल करते सी। हले तक जिन्नियां भी फोटोआं कंधां ते गुफावां ते लिखी हुई चीज़ां सानूं मिलियां ने, पर लगभग 5000 साल पुरानी यह सभ्यता है। वो सारियां फोटोआं के मतलब सानूं समझ नहीं आए। कुछ फोटोआं असीं समझ लियां, सारियां फोटोआं नहीं समझियां। इसलिए इंडस वैली सिविलाइजेशन की जिहड़ी स्क्रिप्ट सी लिपि सी वो अनडैसीफर्ड सी, हाले तक अनडैसीफर्ड है। अनडैसीफर्ड का मतलब होंदा है जिन्हों तुसी हाले तक पूरी तरीके नाल डिकोड नहीं कर सके, जिन्हों पूरी तरीके नाल हाले तक समझिया नहीं गया, याद रखियो। क्लीयर है? हुण कहंदा किहड़ा इंडस वैली सिविलाइजेशन का शहर सी विदाउट सिटाडल। सिटाडल की हुंदा है पहला तो ध्यान नाल समझियो। इंडस वैली सिविलाइजेशन के जिहड़े शहर सी बेसिकली 2 हिस्सों च वंडे हुए सी। एक थोड़ा जिहा शहर उचाई ते बसिया हुंदा सी, 8 तो 10 फुट उच्चा बसिया हुंदा सी, जिहदे विच शहर दे सब तो अमीर या रिच बंदे रहिंदे सी, जिवें कि मरचेंट, व्यापारी या होर उच्च क्लास के लोग रहिंदे सी। ते जिहड़े आम लोग ने, ठीक है, जिवें कमियार या होर हो गए, किसान हो गए, वो नीवीं क्लास च रहिंदे सी, नीवें थां ते रहिंदे सीगे। तां जिहड़ा शहर दा सब तो उच्चा हिस्सा हुंदा सी उहनूं कहंदे ने सिटाडल, उच्चा हिस्सा। ते जिथे शहर के निचले पासे लोग रहिंदे सी उहनूं बोलदे ने लोअर सिटाडल, लोअर सिटाडल। हुण यह जिहड़ा शहर का डिवीजन है, उच्चा शहर नीवा शहर, ये लगभग इंडस वैली सिविलाइजेशन के हर एक शहर च मिले। एक शहर है जै जिथे सानू सिटाडल नहीं मिलिया, मतलब उत्थे दे लोग इक्को ही तरीके दे नाल, कोई बड़ा उच्चा नीचा शहर नहीं सी, सारे बराबर ही थां ते रहिंदे सी। उहदा नाम है चनुद्रो या चन्नूधारो, जो इंडस नदी के कंढे ते सी ते प्रेजेंट ये कित्थे है पाकिस्तान च, याद रखियो। एक होर चीज़ है जिहड़ी चन्नूधारो च एबसेंट है, वो हैगी फोर्टिफिकेशन। फोर्टिफिकेशन का मतलब होंदा किलेबंदी, किलेबंदी एक होर शहर चीज़ है फोर्टिफिकेशन। बाकी शहरों के विच चारों पासे बड्डियां बड्डियां दीवारां खिच्चियां होंदियां सी, खासकर मोहनजोदाड़ो दे विच, कि कोई होर बंदा बिना परमिशन तो एंटर ना कर सके। शहर नूं एंटर करन दा इक्को ही मेन गेट हुंदा सी। लेकिन चन्नूदारो दे विच चारों पासे कोई खिंची हुई दीवार नहीं मिली। तो जिहड़ी ये चारों पासे खिंची हुई दीवार है, इनू ही असीं फोर्टिफिकेशन या किलेबंदी करना कहने हैं। तो चन्नूदारो च ना सिटाडल मिले ना किलेबंदी मिली है। बच्चों ये 10 क्वेश्चन मैं इंडस वैली सिविलाइजेशन ते करवाते। जिहड़ी हिस्ट्री की 6वीं क्लास होगी उस नैक्सट 10 करवाऊंगा। जे काम पसंद है तो लिख दियो, WhatsApp ग्रुप ज्वाइन कर लियो, चैनल नूं सबसक्राइब कर दियो।
ਬਹੁਤ YouTube ਤੇ ਚੈਨਲ ਨੇ ਜਿਹੜੇ ਇੱਕੋ ਹੀ ਬੰਦਾ 10 ਤਰੀਕੇ ਦੇ ਸਬਜੈਕਟ ਪੜ੍ਹਾਈ ਜਾਂਦਾ ਹੈ, ਉਹਨਾਂ ਦੇ ਬਹੁਤ ਸਬਸਕ੍ਰਾਈਬਰ ਨੇ। ਤੇ ਹਮੇਸ਼ਾ ਯਾਦ ਰੱਖਿਓ ਕਿ ਮਿਹਨਤੀ ਟੀਚਰ ਜਾਂ ਗੁੱਡ ਕੰਟੈਂਟ ਵਾਲੇ ਚੈਨਲ ਤੇ ਹਮੇਸ਼ਾ ਸਬਸਕ੍ਰਾਈਬਰ ਘੱਟ ਹੁੰਦੇ ਨੇ। ਥੈਂਕ ਯੂ ਸੋ ਮਚ।